ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਕਾਮਾਗਾਟਾ ਮਾਰੂ ਹੀਰੋ ਬਾਬਾ ਗੁਰਦੇਵ ਸਿੰਘ ਭਾਗ ਤੀਜਾ। ਅੱਤ ਦੀ ਭੀੜ ਸਮੇਂ ਭਾਰਤੀ ਮੁਸਾਫਰਾਂ ਨੇ ਜੋ ਫੁਲਾਦੀ ਇਰਾਦਾ ਅਤੇ ਜ਼ਬਤ ਵਿਖਾਇਆ ਅਤੇ ਕੈਨੇਡਾ ਵਾਸੀ ਭਾਰਤੀਆਂ ਨੇ ਦੇਸ਼ ਵਾਸੀਆਂ ਦੇ ਖੂਨ ਦਾ ਬਦਲਾ ਲੈਣ ਲਈ ਜੋ ਕੁਰਬਾਨੀ ਦੀ ਸਪੇਟ ਵਿਖਾਈ, ਇਹ ਜਿੱਤ ਉਸੇ ਕਾਰਨ ਹੀ ਸੰਭਵ ਹੋਈ। ਹੁਣ ਹੋਰ ਝਗੜੇ ਵਿੱਚ ਪੈਣਾ ਫਜ਼ੂਲ ਸੀ। ਅੰਗਰੇਜ਼ੀ ਇਨਸਾਫ ਤੇ ਜਮਹੂਰੀਅਤ ਦਾ ਦੀਵਾਲਾ ਕਾਮਾਗਾਟਾ ਮਾਰੂ ਦੀ ਇਸ ਘਟਨਾ ਨੇ ਕੱਢ ਦਿੱਤਾ ਸੀ ਅਤੇ ਭਾਰਤੀ ਮੁਸਾਫਰਾਂ ਦੇ ਦਿਲਾਂ ਵਿੱਚ ਵਾਪਸ ਭਾਰਤ ਪਰਤ ਕੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਣ ਦਾ ਇਰਾਦਾ ਦ੍ਰਿੜ ਹੋ ਚੁੱਕਾ ਸੀ। ਰਸਤੇ ਲਈ ਰਾਸ਼ਨ ਪਾਣੀ ਮਿਲ ਚੁੱਕਣ ਪਿੱਛੋਂ 23/7/1914 ਨੂੰ ਕਾਮਾਗਾਟਾ ਮਾਰੂ ਜਹਾਜ਼ ਨੇ ਵੈਨਕੂਵਰ ਬੰਦਰਗਾਹ ਚੋਂ ਲੰਗਰ ਚੁੱਕ ਵਾਪਸੀ ਦਾ ਸਫ਼ਰ ਆਰੰਭ ਕੀਤਾ। ਦੋਹੀਂ ਪਾਸੀਂ ਦੋ ਜੰਗੀ ਜਹਾਜ਼ ਦੂਰ ਤੱਕ ਇਹਦੇ ਨਾਲ ਰਹੇ ਅਤੇ ਕੈਨੇਡਾ ਦੀ ਹੱਦ ਟੱਪਣ ਮਗਰੋਂ ਵਾਪਸ ਪਰਤ ਗਏ। ਕੈਨੇਡਾ ਤੋਂ ਕਾਮਾਗਾਟਾ ਮਾਰੂ ਨੂੰ ਕਲਕੱਤੇ ਦਾ ਰਵਾਨਗੀ ਪੱਤਰ ਮਿਲਿਆ। ਕੋਂਬੇ ਤੋਂ ਯੋਕੋਹਾਮਾ ਹੁੰਦਾ ਹੋਇਆ ਜਦੋਂ ਹਾਂਗਕਾਂਗ ਜਹਾਜ਼ ਪੁੱਜਾ ਤਾਂ ਇਹਨੂੰ ਕੰਢੇ ਲੱਗਣ ਦੀ ਇਜਾਜ਼ਤ ਨਾ ਦਿੱਤੀ ਗਈ ਅਤੇ ਅੱਗੇ ਤੋਰ ਦਿੱਤਾ ਗਿਆ। ਸਿੰਗਾਪੁਰ ਬੰਦਰਗਾਹ ਤੇ ਪੁੱਜਣ ਤੇ ਜਹਾਜ਼ ਤੇ ਕਰੜਾ ਪਹਿਰਾ ਲਗਾ ਦਿੱਤਾ ਗਿਆ ਅਤੇ ਕਿਸੇ ਮੁਸਾਫਰ ਨੂੰ ਗੋਰਾ ਹਕੂਮਤ ਦੇ ਅਹਿਲਕਾਰਾਂ ਨੇ ਥੱਲੇ ਨਾ ਉਤਰਨ ਦਿੱਤਾ। ਅੰਤ ਜਹਾਜ਼ ਪਿਨਾਂਗ ਤੋਂ ਹੁੰਦਾ ਹੋਇਆ ਬੰਗਾਲ ਦੀ ਖਾੜੀ ਆ ਪੁੱਜਾ। 6 ਮਹੀਨਿਆਂ ਦੇ ਵਿਖੜੇ ਸਮੁੰਦਰੀ ਸਫ਼ਰ ਮਗਰੋਂ ਆਪਣਾ ਦੇਸ਼ ਨੇੜੇ ਆਇਆ ਜਾਣ ਕੇ ਭਾਰਤੀ ਮੁਸਾਫਰਾਂ ਦੇ ਦਿਲਾਂ ਦੀਆਂ ਮੁਰਝਾਈਆਂ ਕਲੀਆਂ ਖਿਲ ਉੱਠੀਆਂ। 27/9/1914 ਨੂੰ ਕਾਮਾਗਾਟਾ ਮਾਰੂ ਹੁਗਲੀ ਦਰਿਆ ਵਿੱਚ ਦਾਖਲ ਹੋਇਆ, ਪਰ ਸੌਦਾ ਪੱਤਰ ਵੇਚਣ ਆ ਰਹੀਆਂ ਕਿਸ਼ਤੀਆਂ ਨੂੰ ਪਹਿਰੇਦਾਰਾਂ ਜਹਾਜ਼ ਦੇ ਨੇੜੇ ਨਾ ਲੱਗਣ ਦਿੱਤਾ। ਇੱਕ ਅਗਨ ਬੋਟ ਕਾਮਾਗਾਟਾ ਮਾਰੂ ਨੇੜੇ ਆਇਆ ਤੇ ਇਸ ਵਿੱਚੋਂ ਨਿਕਲਿਆ ਲਾਹੌਰ ਦਾ ਡਿਪਟੀ ਕਮਿਸ਼ਨਰ, ਕੁਝ ਹੋਰ ਅੰਗਰੇਜ਼ ਅਫਸਰ ਅਤੇ 20 ਦੇ ਕਰੀਬ ਸਧਾਰਨ ਕੱਪੜਿਆਂ ਵਿੱਚ ਪੰਜਾਬੀ, ਜਿਨ੍ਹਾਂ ਵਿੱਚ ਸੀ ਪ੍ਰਸਿੱਧ ਬਦਨਾਮ ਪੁਲਿਸ ਅਫਸਰ ਸੁੱਖਾ ਸਿੰਘ। ਮੁਸਾਫਰਾਂ ਸਿੱਖ ਭਰਾ ਸਮਝ ਕੇ ਗੁਰਫਤਿਹ ਬੁਲਾਈ। ਉਹਨੇ ਅੱਗੋਂ ਮੱਥੇ ਤਿਉੜੀਆਂ ਪਾ ਵਿਖਾਈਆਂ। ਮੁਸਾਫਰਾਂ ਦੀ ਤਲਾਸ਼ੀ ਲਈ ਗਈ। ਕੈਬਨਾਂ ਨੂੰ ਤਾਲੇ ਲਾ ਦਿੱਤੇ ਗਏ। 3 ਦਿਨ ਨਿੱਤਾ ਪ੍ਰਤੀ ਤਲਾਸ਼ੀ ਹੁੰਦੀ ਰਹੀ ਅਤੇ ਮਗਰੋਂ ਜਹਾਜ਼ ਨੂੰ ਕਲਕੱਤੇ ਵੱਲ ਤੋਰ ਦਿੱਤਾ ਗਿਆ। ਕਲਕੱਤੇ ਤੋਂ 17 ਮੀਲ ਪਹਿਲਾਂ ਹੀ ਬਜਬਜ ਘਾਟ ਉੱਤੇ ਜਹਾਜ਼ ਖੜਾ ਕਰ ਦਿੱਤਾ ਗਿਆ। ਬਾਬਾ ਗੁਰਦੇਵ ਸਿੰਘ ਜੀ ਨੇ ਪੁਲਿਸ ਅਫਸਰ ਤੋਂ ਪੁੱਛਿਆ, ਤੁਸੀਂ ਕੀ ਚਾਹੁੰਦੇ ਹੋ? ਸਾਨੂੰ ਸਾਫ਼-ਸਾਫ਼ ਕਿਉਂ ਨਹੀਂ ਦੱਸਦੇ? ਅੱਗੋਂ ਉੱਤਰ ਮਿਲਿਆ, ਸਰਕਾਰੀ ਹੁਕਮ ਅਨੁਸਾਰ ਤੁਹਾਨੂੰ ਇੱਥੋਂ ਹੀ ਰੇਲ ਗੱਡੀ ਦੁਆਰਾ ਪੰਜਾਬ ਘਰੋਂ ਘਰ ਭੇਜਿਆ ਜਾਵੇਗਾ। ਬਾਬਾ ਜੀ ਅਤੇ ਪੁਲਿਸ ਅਫਸਰ ਵਿਚਕਾਰ ਕੁਝ ਇਸ ਤਰ੍ਹਾਂ ਗੱਲਬਾਤ ਹੋਈ। ਬਾਬਾ ਜੀ ਕਹਿਣ ਲੱਗੇ, ਮੈਂ ਵਪਾਰੀ ਹਾਂ, ਕਲਕੱਤੇ ਜਾ ਕੇ ਜਹਾਜ਼ ਖਰੀਦਣਾ ਹੈ। ਮੈਂ ਜਹਾਜ਼ ਕੰਪਨੀ ਬਣਾਈ ਹੋਈ ਹੈ। ਜਾਪਾਨੀ ਕੰਪਨੀ ਨਾਲ ਕਾਮਾਗਾਟਾ ਮਾਰੂ ਜਹਾਜ਼ ਦਾ ਹਿਸਾਬ ਕਿਤਾਬ ਨਿਬੇੜਨਾ ਹੈ। ਮੁਸਾਫਰਾਂ ਨਾਲ ਲੰਬਾ ਹਿਸਾਬ ਕਿਤਾਬ ਹੈ। ਕਈ ਮੁਸਾਫਰ ਘਰ ਘਾਟ ਵੇਚ ਵਟਾ ਕੇ ਆਏ ਹਨ। ਉਹਨਾਂ ਕਲਕੱਤੇ ਹੀ ਕੰਮ ਕਾਜ ਦੀ ਭਾਲ ਕਰਨੀ ਹੈ। ਹੁਣ ਅਸੀਂ ਆਪਣੇ ਦੇਸ਼ ਵਿੱਚ ਹਾਂ। ਜੇ ਅਸੀਂ ਮੁਜਰਮ ਹਾਂ ਤਾਂ ਸਾਨੂੰ ਵਾਰੰਟ ਦੱਸ ਕੇ ਗ੍ਰਿਫਤਾਰ ਕਰ ਲਵੋ, ਜੇ ਨਹੀਂ ਤਾਂ ਅਸੀਂ ਕਲਕੱਤੇ ਜਾਣਾ ਚਾਹਾਂਗੇ। ਗੋਰਾ ਪੁਲਿਸ ਅਫਸਰ ਕਹਿਣ ਲੱਗਾ, ਮੇਰੀ ਡਿਊਟੀ ਤਾਂ ਤੁਹਾਨੂੰ ਜਹਾਜ਼ੋਂ ਉਤਾਰ ਕੇ ਗੱਡੀ ਵਿੱਚ ਚੜਾਉਣ ਦੀ ਹੈ। ਮੈਂ ਹੋਰ ਕੁਝ ਨਹੀਂ ਜਾਣਦਾ। ਥੋੜੀ ਦੇਰ ਮਗਰੋਂ ਇੱਕ ਗੋਰਾ ਅਫਸਰ ਜਹਾਜ਼ ਤੇ ਆਇਆ ਤੇ ਕੜਕ ਕੇ ਹੁਕਮ ਦੇਣ ਲੱਗਾ, 15 ਮਿੰਟਾਂ ਵਿੱਚ ਮੁਸਾਫਰ ਜਹਾਜ਼ ਤੋਂ ਹੇਠਾਂ ਉਤਰ ਜਾਣ। ਜਹਾਜ਼ ਵਾਪਸ ਜਾ ਰਿਹਾ ਹੈ। ਕੁਝ ਮੁਸਾਫਰ ਉਤਰੇ ਸਨ, ਕੁਝ ਹਾਲਾਂ ਤਿਆਰੀ ਵਿੱਚ ਹੀ ਸਨ ਕਿ ਕਾਮਾਗਾਟਾ ਮਾਰੂ ਨੇ ਸਟੀਮ ਛੱਡੀ ਤੇ ਪਿੱਛੇ ਵੱਲ ਨੂੰ ਤੁਰ ਪਿਆ। ਮੁਸਾਫਰ ਸਮਾਨ ਜਹਾਜ਼ ਵਿੱਚ ਹੀ ਛੱਡ ਛੇਤੀ ਛੇਤੀ ਥੱਲੇ ਉਤਰ ਪਏ।
ਕੁਝ ਮੁਸਾਫਰ ਗੱਡੀ ਤੇ ਚੜ੍ਹ ਬੈਠੇ ਤੇ ਬਾਕੀ ਹਾਲਾਂ ਪਲੇਟਫਾਰਮ ਤੇ ਹੀ ਖੜੇ ਸਨ। ਉਹਨਾਂ ਨੂੰ ਇਹ ਵੀ ਸ਼ੱਕ ਪਿਆ ਕਿ ਗੱਡੀ ਦੀ ਇਹ ਲਾਈਨ ਤਾਂ ਪੰਜਾਬ ਨੂੰ ਨਹੀਂ ਜਾਂਦੀ। ਬਾਬਾ ਗੁਰਦਿੱਤ ਸਿੰਘ ਜੀ ਨੇ ਫਿਰ ਪੁਲਿਸ ਅਫਸਰ ਤੋਂ ਪਿਆਰ ਨਾਲ ਪੁੱਛ ਕੀਤੀ, ਸਾਡੇ ਨਾਲ ਐਸਾ ਕੋਝਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ? ਅਸੀਂ ਕੋਈ ਗੁਨਾਹਗਾਰ ਤਾਂ ਨਹੀਂ। ਸਾਨੂੰ ਗੱਡੀ ਤੇ ਚੜ੍ਹਨ ਲਈ ਤਾਂ ਮਜਬੂਰ ਨਾ ਕਰੋ ਅਤੇ ਸਾਡੇ ਖਰਚੇ ਤੇ ਕਲਕੱਤਿਓਂ ਵਕੀਲ ਮੰਗਵਾ ਦਿਓ। ਅੱਗੋਂ ਅੰਗਰੇਜ਼ ਪੁਲਿਸ ਅਫਸਰ ਨੇ ਕੜਕ ਕੇ ਉੱਤਰ ਦਿੱਤਾ, ਮੈਂ ਸਰਕਾਰ ਦਾ ਹੁਕਮ ਤੁਹਾਥੋਂ ਮਨਾਉਣ ਆਇਆ ਹਾਂ, ਤੇਰੇ ਹੁਕਮਾਂ ਦੀ ਤਾਮੀ ਕਰਨ ਨਹੀਂ। ਬਾਬਾ ਜੀ ਕਹਿਣ ਲੱਗੇ, ਚੰਗਾ, ਫਿਰ ਘੱਟੋ ਘੱਟ 5 ਸਿੰਘਾਂ ਨੂੰ ਆਗਿਆ ਦੇਵੋ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹਾਵੜੇ ਦੇ ਗੁਰਦੁਆਰੇ ਪਹੁੰਚਾ ਆਉਣ, ਫਿਰ ਅਸੀਂ ਗੱਡੀ ਵਿੱਚ ਬੈਠ ਜਾਵਾਂਗੇ। ਬਾਬਾ ਜੀ ਦੀ ਇਹ ਗੱਲ ਵੀ ਮੰਨਣੋਂ ਪੁਲਿਸ ਅਫਸਰ ਨੇ ਨਾ ਕਰ ਦਿੱਤੀ। ਬਾਬਾ ਜੀ ਨੇ ਮੁਸਾਫਰਾਂ ਦੇ ਆਗੂਆਂ ਨਾਲ ਕੁਝ ਗੱਲਬਾਤ ਕੀਤੀ ਅਤੇ ਮਗਰੋਂ ਪੁਲਿਸ ਅਫਸਰ ਨੂੰ ਸੰਬੋਧਨ ਕਰਦੇ ਹੋਏ ਕਿਹਾ, ਸਾਨੂੰ 1 ਘੰਟੇ ਅੰਦਰ ਵਾਰੰਟ ਗ੍ਰਿਫਤਾਰੀ ਵਿਖਾ ਦੇਵੋ, ਜੇ ਨਹੀਂ ਹਨ ਤੇ ਮੰਗਵਾ ਲਵੋ, ਨਹੀਂ ਤਾਂ ਅਸੀਂ ਰੇਲ ਗੱਡੀ ਵਿੱਚ ਨਹੀਂ ਬੈਠਣਾ। 1.5 ਘੰਟਾ ਵਾਰੰਟਾਂ ਦੀ ਉਡੀਕ ਕਰਨ ਮਗਰੋਂ ਮੁਸਾਫਰ ਇੱਕ ਜਲੂਸ ਦੀ ਸ਼ਕਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕਲਕੱਤੇ ਨੂੰ ਤੁਰ ਪਏ। ਅੱਗੋਂ ਆਉਂਦਾ ਇੱਕ ਗੋਰਾ ਪੁਲਿਸ ਅਫਸਰ ਰਾਹ ਰੋਕ ਖਲੋਤਾ। 2 ਮੁਸਾਫਰਾਂ ਸਰਦਾਰ ਇੰਦਰ ਸਿੰਘ ਅਤੇ ਸਰਦਾਰ ਅਮਰ ਸਿੰਘ ਨੇ ਛਾਤੀਆਂ ਤਾਣ ਕੇ ਪੁਲਿਸੀਏ ਦੇ ਪਿਸਤੌਲ ਅੱਗੇ ਹੁੰਦੇ ਹੋਏ ਵੰਗਾਰ ਕੇ ਕਿਹਾ, ਚਲਾ ਦੇ ਗੋਲੀ, ਅਸੀਂ ਮਰਨ ਨੂੰ ਤਿਆਰ ਹਾਂ। ਗੋਰਾ ਪੁਲਿਸ ਅਫਸਰ ਪਿਸਤੌਲ ਵਲੇਟ ਕੇ ਪਾਸੇ ਹੋ ਗਿਆ ਤੇ ਜਲੂਸ ਅੱਗੇ ਹੋ ਤੁਰਿਆ। ਕਲਕੱਤੇ ਤੋਂ 13 ਮੀਲ ਉਰੇ ਅੱਗੋਂ ਇੱਕ ਪੁਲਿਸ ਦੀ ਮੋਟਰ ਆ ਮਿਲੀ। ਇੱਕ ਗੋਰੇ ਪੁਲਿਸ ਅਫਸਰ ਨੇ ਮੋਟਰ ਤੋਂ ਥੱਲੇ ਉਤਰ ਕੇ ਬਾਬਾ ਗੁਰਦਿੱਤ ਸਿੰਘ ਨਾਲ ਬੜੀ ਹਲੀਮੀ ਨਾਲ ਗੱਲਬਾਤ ਕੀਤੀ ਤੇ ਕਿਹਾ, ਮੈਨੂੰ ਗਵਰਨਰ ਸਾਹਿਬ ਨੇ ਤੁਹਾਡੀਆਂ ਸ਼ਿਕਾਇਤਾਂ ਸੁਣਨ ਲਈ ਭੇਜਿਆ ਹੈ। ਵਾਪਸ ਬਜ-ਬਜ ਘਾਟ ਪਰਤ ਚੱਲੋ, ਉੱਥੇ ਆਰਾਮ ਨਾਲ ਤੁਹਾਡੀ ਗੱਲਬਾਤ ਸੁਣ ਕੇ ਮੁਨਾਸਬ ਕਾਰਵਾਈ ਕੀਤੀ ਜਾਵੇਗੀ। ਗੋਰੇ ਅਫਸਰ ਨੇ ਇਕਰਾਰ ਨੂੰ ਪਰਤਾਉਣ ਹਿੱਤ ਜਲੂਸ ਵਾਪਸ ਬਜ-ਬਜ ਘਾਟ ਨੂੰ ਤੁਰ ਪਿਆ। ਪੁਲਿਸ ਅਫਸਰ ਦੀ ਮਿਠਾਸ ਮੋਮੋ ਠੱਗਣੀ ਸਿੱਧ ਹੋ ਗਈ। ਵਾਪਸੀ ਸਫ਼ਰ ਵਿੱਚ ਪੁਲਸੀਆਂ ਦਾ ਵਿਹਾਰ ਹੋਰ ਵੀ ਰੁੱਖਾ ਗਿਆ। ਕਿਸੇ ਨੂੰ ਠੁੱਡਾ ਮਾਰਦੇ, ਕਿਸੇ ਨੂੰ ਡੰਡਾ ਤੇ ਕਿਸੇ ਨੂੰ ਭੱਦੇ ਸ਼ਬਦਾਂ ਦੁਆਰਾ ਬੇਇੱਜ਼ਤ ਕਰਦੇ। ਇਉਂ ਜਾਪਦਾ ਸੀ ਜਿਵੇਂ ਮੁਸਾਫਰਾਂ ਨੂੰ ਭੜਕਾ ਕੇ ਗੋਲੀ ਚਲਾਉਣ ਲਈ ਬਹਾਨਾ ਲੱਭਦੇ ਹੋਣ। ਮੁਸਾਫਰ ਥੱਕ ਹਾਰ ਕੇ ਭੁੱਖੇ ਭਾਣੇ ਜਦੋਂ ਵਾਪਸ ਬਜ-ਬਜ ਘਾਟ ਪੁੱਜੇ ਤਾਂ ਪੁਲਿਸ ਅਫਸਰ ਵੱਲੋਂ ਹੁਕਮ ਹੋਇਆ, ਸਭ ਮੁਸਾਫਰ ਵਾਪਸ ਕਾਮਾਗਾਟਾ ਮਾਰੂ ਜਹਾਜ਼ ਤੇ ਚੜ੍ਹ ਜਾਣ। ਮੁਸਾਫਰਾਂ ਇਹ ਹੁਕਮ ਮੰਨਣੋਂ ਇਨਕਾਰ ਕਰ ਦਿੱਤਾ, ਕਿਉਂ ਜੋ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਕਿਤੇ ਸਾਨੂੰ ਜਹਾਜ਼ ਸਮੇਤ ਡੋਬਣ ਦਾ ਪ੍ਰੋਗਰਾਮ ਨਾ ਹੋਵੇ। ਤਿਰਕਾਲਾਂ ਦਾ ਸਮਾਂ ਹੋਇਆ। ਮੁਸਾਫਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੀਵਾਨ ਦੀ ਸ਼ਕਲ ਵਿੱਚ ਰਹਿਰਾਸ ਸਾਹਿਬ ਦਾ ਪਾਠ ਕੀਤਾ। ਅਰਦਾਸ ਹੋ ਰਹੀ ਸੀ ਕਿ ਪੁਲਿਸ ਅਫਸਰ ਉੱਚੀ ਜਹਾਜ਼ ਵਿੱਚ ਬੈਠਣ ਦਾ ਮੁਸਾਫਰਾਂ ਨੂੰ ਹੁਕਮ ਸੁਣਾਉਣ ਲੱਗੇ। ਮੁਸਾਫਰ ਹੁਣ ਗੱਡੀ ਵਿੱਚ ਤਾਂ ਬਹਿਣ ਨੂੰ ਤਿਆਰ ਸਨ, ਜਹਾਜ਼ ਵਿੱਚ ਨਹੀਂ। ਉਧਰ ਪੁਲਿਸ ਵਾਲੇ ਕਹਿ ਰਹੇ ਸਨ, ਜਹਾਜ਼ ਵਿੱਚ ਚੜ੍ਹੋ, ਨਹੀਂ ਤਾਂ ਗੋਲੀਆਂ ਨਾਲ ਉਡਾ ਦਿੱਤੇ ਜਾਵੋਗੇ। ਬਾਬਾ ਜੀ ਦੇ 7 ਸਾਲ ਦੇ ਬੱਚੇ ਨੂੰ ਇੱਕ ਸਿਪਾਹੀ ਧੂ ਕੇ ਲੈ ਗਿਆ। ਬੱਚੇ ਨੇ ਚੀਕਾਂ ਮਾਰੀਆਂ ਅਤੇ ਬਾਬਾ ਜੀ ਨੂੰ ਆਵਾਜ਼ਾਂ ਮਾਰੀਆਂ। ਬਾਬਾ ਜੀ ਨੇ ਕਿਹਾ, ਬੇਟਾ ਆਉਂਦਾ ਹਾਂ। ਇੰਨੇ ਨੂੰ ਪੁਲਿਸ ਅਫਸਰ ਈਸਟਵੁੱਡ ਬਾਬਾ ਜੀ ਨੂੰ ਗ੍ਰਿਫਤਾਰ ਕਰਨ ਲਈ ਅੱਗੇ ਵਧਿਆ। ਮੁਸਾਫਰਾਂ ਪੁਲਿਸ ਅਫਸਰ ਦਾ ਰਾਹ ਰੋਕ ਲਿਆ। ਗੱਲ ਵੱਧ ਗਈ। ਈਸਟਵੁੱਡ ਨੇ ਪਿਸਤੌਲ ਕੱਢ ਕੇ 2 ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸਰਦਾਰ ਹਰਨਾਮ ਸਿੰਘ ਦੀ ਪੱਗ ਵਿੱਚੋਂ ਲੰਘ ਗਈ
ਅਤੇ ਦੂਜੀ ਨਾਲ ਸਰਦਾਰ ਠਾਕੁਰ ਸਿੰਘ ਉੱਚੋ ਨੰਗਲ ਜ਼ਖਮੀ ਹੋ ਗਿਆ। ਮੁਸਾਫਰਾਂ ਵਿੱਚੋਂ ਕਿਸੇ ਨੇ ਈਸਟਵੁੱਡ ਨੂੰ ਫੁੰਡ ਦਿੱਤਾ। ਈਸਟਵੁੱਡ ਦੇ ਡਿੱਗਣ ਦੀ ਦੇਰ ਹੀ ਸੀ ਕਿ ਪੁਲਿਸ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਰਾਤ ਦੇ ਹਨੇਰੇ ਵਿੱਚ ਅਜਿਹੀ ਹਫੜਾ ਦਫੜੀ ਪਈ ਕਿ ਜਿੱਧਰ ਕਿਸੇ ਮੁਸਾਫਰ ਦਾ ਮੂੰਹ ਆਇਆ ਉਹ ਉਧਰ ਨੂੰ ਨੱਸ ਉੱਠਿਆ। 40 ਕੁ ਮੁਸਾਫਰ ਉੱਥੇ ਹੀ ਸ਼ਹੀਦੀਆਂ ਪਾ ਗਏ। ਫੜੇ ਗਏ ਮੁਸਾਫਰਾਂ ਨੂੰ ਕੜਵੇ ਤਸੀਹੇ ਦਿੱਤੇ ਗਏ। ਇੱਕ ਸਰਦਾਰ ਮੰਗਲ ਸਿੰਘ ਨੂੰ ਸੰਗਲ ਬੰਨ੍ਹ ਕੇ ਪਲੇਟਫਾਰਮ ਦੇ ਲੈਂਪ ਦੇ ਖੰਭੇ ਨਾਲ ਲਟਕਾ ਦਿੱਤਾ ਗਿਆ। ਸਾਰੀ ਰਾਤ ਜੀਵਨ ਅਤੇ ਮੌਤ ਦੇ ਵਿਚਕਾਰ ਇਹ ਸਿੰਘ ਘੋਲ ਕਰਦਾ ਰਿਹਾ। ਫਿਰ ਪੁੱਠਾ ਲਟਕਾ ਕੇ ਬੈਂਤ ਮਾਰਨੇ ਆਰੰਭ ਕਰ ਦਿੱਤੇ ਅਤੇ ਉਸ ਦਾ ਸਿਰ ਖੰਭੇ ਨਾਲ ਵੱਜ ਕੇ ਜ਼ਖਮੀ ਹੋ ਗਿਆ। ਫੱਟੜ ਸਿਪਾਹੀਆਂ ਨੂੰ ਤੁਰੰਤ ਸੰਭਾਲ ਲਿਆ ਗਿਆ, ਪਰ ਫੱਟੜ ਮੁਸਾਫਰ ਸੰਭਾਲ ਖੁਣੋਂ ਦਮ ਤੋੜਦੇ ਰਹੇ। ਵਰਦੀਆਂ ਗੋਲੀਆਂ ਵਿੱਚ 2 ਮੁਸਾਫਰ ਬਾਬਾ ਗੁਰਦਿੱਤ ਸਿੰਘ ਜੀ ਨੂੰ ਧੂ ਕੇ ਇੱਕ ਪਾਸੇ ਨੂੰ ਭੱਜ ਉੱਠੇ ਤੇ ਬਾਬਾ ਜੀ ਦਾ 7 ਸਾਲ ਦਾ ਪੁੱਤਰ ਬਲਵੰਤ ਸਿੰਘ ਪੁਲਿਸ ਦੇ ਹੱਥ ਹੀ ਰਹਿ ਗਿਆ। ਸਾਰੀ ਰਾਤ ਬਾਬਾ ਜੀ ਨੇ ਦੋਹਾਂ ਸਾਥੀਆਂ ਸਮੇਤ ਇੱਕ ਪਾਣੀ ਦੀ ਛੰਭ ਵਿੱਚ ਕੱਟੀ। ਜੋਕਾਂ ਲੱਤਾਂ ਨੂੰ ਚੰਬੜਦੀਆਂ ਤੇ ਉਹ ਤੋੜ ਕੇ ਪਰਾਂ ਨੂੰ ਸੁੱਟਦੇ। ਤੜਕੇ 3 ਵਜੇ ਦੇ ਕਰੀਬ ਦੋਹਾਂ ਸਾਥੀਆਂ ਨੂੰ ਸੁੱਤੇ ਛੱਡ ਕੇ ਬਾਬਾ ਜੀ ਰਾਤ ਦੀ ਖੂਨੀ ਘਟਨਾ ਵਾਲੀ ਥਾਂ ਨੂੰ ਚੱਲ ਪਏ। ਅੱਗੇ 2 ਸਿਪਾਹੀ ਗੋਡਿਆਂ ਵਿੱਚ ਸਿਰ ਦੇ ਕੇ ਉਗਲਾਉਂਦੇ ਨਜ਼ਰੀ ਪਏ। ਜੀ ਕੀਤਾ ਇਹਨਾਂ ਤੋਂ ਬੰਦੂਕ ਖੋਹ ਲੈਣ ਅਤੇ ਦੋਹਾਂ ਨੂੰ ਮਾਰ ਸੁੱਟਣ, ਪਰ ਅਜਿਹਾ ਕਰਨ ਨਾਲ ਸਾਰੇ ਪੁਲਸੀਆਂ ਦਾ ਇਕੱਠੇ ਹੋ ਜਾਣ ਦਾ ਡਰ ਸੀ। ਪਲੇਟਫਾਰਮ ਤੇ ਪਹਿਰਾ ਦਿੰਦੇ ਸਿਪਾਹੀਆਂ ਤੋਂ ਛੁੱਟ ਹੋਰ ਕੋਈ ਨਾ ਦਿਸਿਆ। ਬਾਬਾ ਜੀ ਨੇ ਸੋਚਿਆ, ਪੌ ਫਟਾਲੇ ਤੋਂ ਪਹਿਲਾਂ ਹੀ ਅਤੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਕਿਉਂ ਨਾ ਕਿਸੇ ਬੰਗਾਲੀ ਪੇਂਡੂ ਰਾਹੀਂ ਇਸ ਖੂਨੀ ਘਟਨਾ ਦੀ ਖਬਰ ਬੰਗਾਲੀ ਲੀਡਰਾਂ ਤੱਕ ਕਲਕੱਤੇ ਪਹੁੰਚਾ ਦੇਵਾਂ। ਇਹ ਸੋਚ ਕੇ ਬਾਬਾ ਜੀ ਇੱਕ ਬਸਤੀ ਵੱਲ ਨੂੰ ਹੋ ਤੁਰੇ। ਬਸਤੀ ਪੁੱਜ ਕੇ ਕਈ ਤਰਲੇ ਮਿੰਨਤਾਂ ਕਰਨ ਅਤੇ ਮਾਇਆ ਦਾ ਲਾਲਚ ਦੇਣ ਦੇ ਬਾਵਜੂਦ ਕੋਈ ਬੰਗਾਲੀ ਅਜਿਹਾ ਨਾ ਮਿਲਿਆ ਜੋ ਬਾਬਾ ਜੀ ਦੀ ਮੁਲਾਕਾਤ ਕਿਸੇ ਬੰਗਾਲੀ ਲੀਡਰ ਨਾਲ ਕਰਵਾ ਦੇਵੇ ਜਾਂ ਉਹਨਾਂ ਦੀ ਦੁੱਖ ਭਰੀ ਕਹਾਣੀ ਹੀ ਕਿਸੇ ਬੰਗਾਲੀ ਨੇਤਾ ਨੂੰ ਜਾ ਸੁਣਾਵੇ। ਹਾਂ, ਇੱਕ ਮਿਹਰਬਾਨ ਬੰਗਾਲੀ ਨੇ ਬੰਗਾਲੀ ਪਹਿਰਾਵੇ ਦਾ ਪ੍ਰਬੰਧ ਬਾਬਾ ਜੀ ਲਈ ਜ਼ਰੂਰ ਕਰ ਦਿੱਤਾ। ਬੰਗਾਲੀ ਪਹਿਰਾਵੇ ਵਿੱਚ ਤੇੜ ਧੋਤੀ, ਸਿਰ ਤੇ ਰੁਮਾਲ ਵਿੱਚ ਬਾਬਾ ਜੀ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਹੋਰ ਬੰਗਾਲੀ ਲੋਕਾਂ ਨਾਲ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਲਿਆ। ਦੁਪਹਿਰਾਂ ਇੱਕ ਪਿੰਡੋਂ ਬਾਹਰ ਕੱਟਿਆ ਅਤੇ ਲਾਲਚ ਦੇ ਕੇ ਖਾਣ ਪੀਣ ਦਾ ਪ੍ਰਬੰਧ ਵੀ ਕਰ ਲਿਆ। ਬਾਬਾ ਜੀ ਨੇ ਬਜਬਜ ਘਾਟ ਸਟੇਸ਼ਨ ਤੋਂ ਕਾਫੀ ਦੂਰ ਬੋਰੀਆ ਰੇਲਵੇ ਸਟੇਸ਼ਨ ਤੋਂ ਜਗਨਨਾਥਪੁਰੀ ਦੀ ਟਿਕਟ ਲਈ ਅਤੇ ਰੇਲ ਗੱਡੀ ਵਿੱਚ ਜਾ ਚੜ੍ਹੇ। ਪੁਰੀ ਤੋਂ ਇੱਕ ਸਟੇਸ਼ਨ ਪਹਿਲਾਂ ਹੀ ਗੱਡੀ ਤੋਂ ਉੱਤਰ ਖੜੋਤੇ ਅਤੇ ਪੈਦਲ ਤੁਰ ਕੇ ਪੁਰੀ ਨੂੰ ਪੁੱਜੇ। 2 ਦਿਨ ਪੁਰੀ ਟਿਕਣ ਤੋਂ ਮਗਰੋਂ ਇੱਥੇ ਵੀ ਖਤਰਾ ਵੇਖ ਕੇ ਵਾਪਸ ਮੁੜੇ ਤੇ ਉਸੇ ਸਟੇਸ਼ਨ ਤੋਂ ਮੁੜ ਗੱਡੀ ਪਕੜੀ ਜਿੱਥੇ ਪਹਿਲਾਂ ਉਤਰੇ ਸਨ। ਖੁਰਦਾ ਰੋਡ ਜੰਕਸ਼ਨ ਤੋਂ ਗੱਡੀ ਬਦਲੀ ਅਤੇ ਗੋਦਾਵਰੀ ਦਾ ਰੁਖ ਕੀਤਾ। ਮੂੰਹ ਸਿਰ ਲਪੇਟ ਕੇ ਗੱਡੀ ਦੇ ਉਤਲੇ ਫੱਟੇ ਚੜ੍ਹ ਕੇ ਸੌਂ ਗਏ। ਗੱਡੀ ਤੁਰੀ ਤਾਂ 2 ਰਿਸ਼ਟ ਪੁਸ਼ਟ ਬੰਦੇ ਸਾਹਮਣੇ ਵਾਲੀ ਸੀਟ ਤੇ ਆਣ ਬੈਠੇ। ਇਹ ਦੋਵੇਂ ਬੰਦੇ CID ਦੇ। ਉਹਨਾਂ ਵਿੱਚ ਇਉਂ ਗੱਲਬਾਤ ਸ਼ੁਰੂ ਹੋਈ। ਉਹ ਤੋਤੀਆ, वो फोटो तेरे पास है ਜਾਂ इंस्पेक्टर के पास है? दूजे ने जेबे चों एक फोटो कड्डी ते आखन लगा, ये फोटो जापान में बनी है, हमारे यहाँ इतनी अच्छी नहीं बनती। पहला कहने लगा, हर एक सीख के दाढ़ी तो
ऐसे ही हुआ करे। क्या कोई और खास बात है इस फोटो में जो गुरदित्त सिंह के पहचानने में हमारी मदद करे? दूजा कहने लगा, अरे ये कोई बड़ी बात है, जब कोई सिख हमें मिलेगा तो हम ये फोटो निकाल कर उसकी शक्ल से मिला लेंगे। पहला कहने लगा, तूने इंस्पेक्टर साहब का हुक्म तो सुना ही होगा। बाबा जी ने सोचा कि होर थोड़ी देर ਨੂੰ मैं पुलिस की हिरासत ਵਿੱਚ ਹੋਵਾਂਗਾ, ਫੜ ਕੇ ਜੇਲ੍ਹ ਵਿੱਚ ਡੱਕ ਦੇਣਗੇ ਜਾਂ ਗੋਲੀ ਮਾਰ ਦੇਣਗੇ। ਕਿਹੜੀ ਕੋਈ ਸਦਪੁਸ਼ ਹੋਣੀ ਹੈ। ਜਿਸ ਕੰਮ ਲਈ ਬਜ-ਬਜ ਘਾਟ ਤੋਂ ਭੱਜਾ ਸਾਂ ਉਹ ਵੀ ਹਾਲੇ ਸਿਰੇ ਨਹੀਂ ਚੜਿਆ। ਭਾਵ ਕਿਸੇ ਹਿੰਦੁਸਤਾਨੀ ਲੀਡਰ ਤੱਕ ਬਜ-ਬਜ ਘਾਟ ਦੇ ਸ਼ਹੀਦੀ ਸਾਕੇ ਦੀ ਖਬਰ ਨਹੀਂ ਪਹੁੰਚਾ ਸਕਿਆ। ਬਾਬਾ ਜੀ ਨੇ ਹੋਕਾ ਭਰਿਆ ਤੇ ਮੂੰਹੋਂ ਅਚੇਤ ਵਾਹਿਗੁਰੂ ਸ਼ਬਦ ਨਿਕਲ ਗਿਆ। ਵਾਹਿਗੁਰੂ ਸ਼ਬਦ ਕੰਨੀ ਪੈਂਦਿਆਂ ਹੀ CID ਵਾਲੇ ਪੁਲਸੀਆਂ ਦੀ ਗੱਲਬਾਤ ਦੀ ਲੜੀ ਟੁੱਟ ਗਈ ਅਤੇ ਉਹ ਆਪੋ ਵਿੱਚ ਕੁਸਰ-ਮੁਸਰ ਕਰਨ ਲੱਗੇ। ਹੁਣ ਉਹਨਾਂ ਦੀਆਂ ਗੱਲਾਂ ਯਤਨ ਕਰਨ ਤੇ ਵੀ ਬਾਬਾ ਜੀ ਸੁਣ ਨਾ ਸਕੇ। ਇੰਨੇ ਨੂੰ ਇੱਕ ਸਟੇਸ਼ਨ ਆਇਆ। ਇਹ ਡੱਬਾ ਰਿਜ਼ਰਵ ਹੈ ਕਹਿ ਕੇ ਉਹਨਾਂ ਪੁਲਸੀਆਂ ਕਿਸੇ ਹੋਰ ਮੁਸਾਫਰ ਨੂੰ ਡੱਬੇ ਵਿੱਚ ਚੜ੍ਹਨ ਨਾ ਦਿੱਤਾ। ਇਹੋ ਕੁਝ ਉਹ ਹਰ ਸਟੇਸ਼ਨ ਤੇ ਕਰਦੇ। ਉਹਨਾਂ ਵਿੱਚੋਂ ਇੱਕ ਥੱਲੇ ਉਤਰਦਾ ਤੇ ਥੋੜੀ ਦੇਰ ਮਗਰੋਂ ਵਾਪਸ ਆ ਕੇ ਦੂਜੇ ਨਾਲ ਕੁਝ ਕੁਸਰ-ਮੁਸਰ ਕਰਦਾ। ਰਾਤ ਦੇ 3:30 ਵਜੇ ਵਜ਼ੀਗਾਪਟਮ ਸਟੇਸ਼ਨ ਆਇਆ। ਗੱਡੀ ਤੁਰਨ ਲੱਗੀ ਤਾਂ 10-12 ਹੋਰ ਬਾਵਰਦੀ ਪੁਲਸੀਏ ਬਾਬਾ ਜੀ ਵਾਲੇ ਡੱਬੇ ਵਿੱਚ ਆ ਵੜੇ ਤੇ ਆਪੋ ਆਪਣਾ ਸਮਾਨ ਸੰਭਾਲਣ ਵਿੱਚ ਰੁੱਝ ਗਏ। CID ਵਾਲੇ ਦੋ ਪੁਲਸੀਆਂ ਚੋਂ ਇੱਕ ਤਾਤੀਆ ਜਿਹੜਾ ਥੱਲੇ ਉਤਰਿਆ ਸੀ ਹਾਲਾਂ ਵਾਪਸ ਨਹੀਂ ਸੀ ਪਰਤਿਆ। ਉਹਦੇ ਡੱਬੇ ਵਿੱਚ ਬੈਠੇ ਸਾਥੀ ਦਾ ਧਿਆਨ ਵੀ ਨਵੇਂ ਚੜੇ ਪੁਲਸੀਆਂ ਵੱਲ ਹੋ ਗਿਆ। ਬਾਬਾ ਗੁਰਦਿੱਤ ਸਿੰਘ ਜੀ ਨੇ ਸੋਚਿਆ ਕਿ 1 ਮਿੰਟ ਵਿੱਚ ਕੁਝ ਕਰਨਾ ਚਾਹੀਦਾ ਹੈ, ਜਾਂ ਤਾਂ ਬਚ ਜਾਵਾਂਗਾ ਤੇ ਜਾਂ ਹਮੇਸ਼ਾ ਲਈ ਕੈਦੀ ਬਣਾ ਲਿਆ ਜਾਵਾਂਗਾ। ਬਾਬਾ ਜੀ ਨੇ ਮੌਕਾ ਤਾੜਿਆ। ਧੜਮ ਕਰਕੇ ਫੱਟੇ ਤੋਂ ਥੱਲੇ ਛਾਲ ਕੱਢ ਮਾਰੀ ਤੇ ਦੂਜੇ ਪਲ ਚੱਲਦੀ ਗੱਡੀ ਦੇ ਦਰਵਾਜ਼ੇ ਤੋਂ ਬਾਹਰ ਜਾ ਪਏ। ਪਿੱਛੋਂ ਡੱਬੇ ਵਿੱਚ ਰੋਲਾ ਪੈ ਗਿਆ, ਪਰ ਜਿੰਨੇ ਚਿਰ ਨੂੰ ਗੱਡੀ ਰੁਕੀ ਇੰਨੇ ਚਿਰ ਨੂੰ ਬਾਬਾ ਜੀ ਗੱਡੀ ਤੋਂ 1.5 ਮੀਲ ਦੂਰ ਖੜੇ ਸਨ। ਡਿੱਗਣ ਨਾਲ ਲੱਤਾਂ ਤੇ ਕੁਝ ਝਰੀਟਾਂ ਆਈਆਂ, ਪਰ ਝੱਟ ਹੀ ਉੱਠ ਕੇ ਬਾਬਾ ਜੀ ਖੇਤਾਂ ਵੱਲ ਨੂੰ ਤੁਰ ਪਏ। ਰੇਲ ਵਿੱਚ ਸਫ਼ਰ ਕਰਨ ਦਾ ਖਿਆਲ ਛੱਡ ਦਿੱਤਾ, ਸਗੋਂ ਸੜਕ ਤੋਂ ਵੀ ਦੂਰੀ ਦੀ ਰਹਿੰਦੇ। ਦਿਨੇ ਕਿਸੇ ਨਵੇਕਲੀ ਥਾਂ ਆਰਾਮ ਕਰਦੇ, ਮੌਕਾ ਤਾੜ ਕੇ ਰਸਤੇ ਦੇ ਪਿੰਡਾਂ ਸ਼ਹਿਰਾਂ ਵਿੱਚੋਂ ਖਾਣੇ ਦਾਣੇ ਦਾ ਪ੍ਰਬੰਧ ਕਰ ਲੈਂਦੇ। ਇੱਕ ਵਾਰੀ ਅਜਿਹੀ ਜਗ੍ਹਾ ਤੇ ਪੁੱਜੇ ਜਿੱਥੋਂ ਅੱਗੇ ਜਾਣ ਲਈ ਵੱਡੀ ਸੜਕ ਤੋਂ ਸਿਵਾਏ ਹੋਰ ਕੋਈ ਰਸਤਾ ਹੀ ਨਹੀਂ ਸੀ। ਰਾਤ ਦੇ 2 ਵੱਜ ਚੁੱਕੇ ਸਨ ਤੇ ਸਾਹਮਣੇ ਠਾਠਾ ਮਾਰਦੀ ਨਦੀ ਸੀ ਤੇ ਪੁਲ ਦੇ ਪੁਲਿਸ ਦਾ ਪਹਿਰਾ ਸੀ। ਬਾਬਾ ਜੀ ਇੱਕ ਰੁੱਖ ਥੱਲੇ ਬੈਠ ਕੇ ਸਕੀਮ ਬਣਾਉਣ ਲੱਗੇ। ਇੰਨੇ ਨੂੰ ਕੁਝ ਬੈਲ ਗੱਡੀਆਂ ਸੜਕ ਤੋਂ ਪੁਲ ਵੱਲ ਜਾਂਦੀਆਂ ਨਜ਼ਰ ਆਈਆਂ। ਗਾੜੀਵਾਨ ਉਗਲਾ ਰਹੇ ਸਨ ਤੇ ਬੈਲ ਆਪਣੀ ਚਾਲ ਤੁਰੀ ਜਾ ਰਹੇ ਸਨ। ਬਾਬਾ ਜੀ ਹੌਲੀ ਹੌਲੀ ਅੱਗੇ ਵਧੇ ਅਤੇ ਵਿਚਕਾਰਲੇ ਗੱਡੇ ਹੇਠ ਜਾ ਵੜੇ। ਦੋਵੇਂ ਹੱਥ ਧਰਤੀ ਤੇ ਲਗਾ ਗੋਡਿਆਂ ਪਰਨੇ ਹੋ ਕੇ ਗੱਡੇ ਹੇਠ ਰਿੜਦੇ ਗਏ। ਪੁਲ ਉੱਤੋਂ ਲੰਘਣ ਸਮੇਂ ਪਹਿਰੇ ਤੇ ਖਲੋਤੇ ਸੰਤਰੀ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, तुम्हारी गाड़ियों में कोई पंजाबी तो नहीं है? अगों उत्तर वजों ना को कहते हुए गाड़ीवान पुल टप गए। पुलों पार जाके बाबा जी मलकड़े जहे गड्ढे थल्लों निकल अपने राह पै गए। संखेप इतिहास कामागाटा मारू हीरो बाबा गुरदित्त सिंह
ਭਾਗ ਤੀਜਾ, ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।